ਪਿਆਰੇ ਬੱਚਿਓ, ਅੱਜ ਆਪਾਂ 10th ਕਲਾਸ ਦਾ ਲੈਸਨ ਹਾਫ ਏ ਰੁਪੀ ਵਰਥ ਜੋ ਕਿ ਆਰ ਕੇ ਨਾਰਾਇਣ ਜੀ ਨੇ ਲਿਖਿਆ ਆ ਉਹ ਪੜ੍ਹਨ ਜਾ ਰਹੇ ਹਾਂ। ਸੁਬੀਆ ਸੋਲਡ ਰਾਈਸ ਐਟ ਦ ਮਾਰਕੀਟ ਗੇਟ। ਸੁਬੀਆ ਮਾਰਕੀਟ ਦੇ ਗੇਟ ਕੋਲ ਯਾਨੀ ਬਾਜ਼ਾਰ ਦੇ ਗੇਟ ਕੋਲ ਚੌਲ ਵੇਚਦਾ ਸੀ। ਇਨ ਹਿਜ਼ ਸ਼ਾਪ ਯੂ ਫਾਊਂਡ ਹੀਪਡ ਇਨ ਏ ਵਿਕਰ ਬਾਸਕਿਟ। ਵਿਕਰ ਬਾਸਕਿਟ ਬਾਂਸ ਦੀ ਟੋਕਰੀ ਨੂੰ ਕਹਿੰਦੇ। all varieties from pebbly coarse rice to Delhi samba, white as jasmine, slender as needle, slender ਪਤਲਾ, needle ਸੂਈ। ਉਸ ਦੀ ਦੁਕਾਨ ਵਿੱਚ ਤੁਹਾਨੂੰ ਬਾਂਸ ਦੇ ਟੋਕਰਿਆਂ ਵਿੱਚ ਢੇਰ ਲੱਗੀਆਂ ਹੋਈਆਂ ਸਾਰੀਆਂ ਕਿਸਮਾਂ ਮਿਲ ਸਕਦੀਆਂ ਹਨ। ਕਿਸ ਦੀਆਂ ਕਿਸਮਾਂ? ਚੌਲਾਂ ਦੀਆਂ। ਕੰਕਰ ਨਾਲ ਭਰੇ ਹੋਏ ਮੋਟੇ ਚੌਲਾਂ ਤੋਂ ਲੈ ਕੇ ਦਿੱਲੀ ਸੰਭਾ ਤੱਕ, ਜਿਸ ਦੇ ਦਾਣੇ ਚਮੇਲੀ ਵਰਗੇ ਸਫੇਦ ਅਤੇ ਸੂਈ ਵਰਗੇ ਪਤਲੇ ਹੁੰਦੇ ਹਨ, ਇਹ ਸਾਰਾ ਕੁਝ ਉਸ ਦੀ ਦੁਕਾਨ 'ਚ ਮਿਲ ਜਾਂਦਾ ਸੀ। ਕਿਹਦੀ ਦੁਕਾਨ 'ਚ? ਸੁਬੀਆ। His shop was stuffy and dark, but he loved every inch of it. ਉਸ ਦੀ ਦੁਕਾਨ ਦਮ ਘੋਟੂ ਅਤੇ ਹਨੇਰੀ ਸੀ, ਪਰੰਤੂ ਉਹ ਦੁਕਾਨ ਦੀ ਹਰ ਚੀਜ਼ ਨੂੰ ਪਸੰਦ ਕਰਦਾ ਸੀ। He loved the smell of gunny sack, sack ਕਹਿੰਦੇ ਬੋਰੇ ਨੂੰ, of rice and husk. ਉਸ ਨੂੰ ਬੋਰੀਆਂ, ਚੌਲਾਂ ਅਤੇ ਫੂਸ ਦੀ ਗੰਧ ਚੰਗੀ ਲੱਗਦੀ ਸੀ। ਫੂਸ ਤੋਂ ਮਤਲਬ ਹੈਗਾ ਜਿਹੜਾ ਚੌਲਾਂ ਦਾ ਫੂਸ ਹੁੰਦਾ, ਕਾਂ ਫੂਸ ਜਿਹਾ ਜਿਹੜਾ। Though good times and bad times he flourished. ਭਾਵੇਂ ਟਾਈਮ ਮਾੜਾ ਸੀ ਭਾਵੇਂ ਚੰਗਾ ਸੀ, ਉਹਦਾ ਵਪਾਰ ਜਿਹੜਾ ਵੱਧਦਾ ਫੁੱਲਦਾ ਰਿਹਾ। There were days of drought. drought ਹੁੰਦਾ ਸੋਕਾ, ਜਦੋਂ ਪਾਣੀ ਦੀ ਕਮੀ ਹੋਵੇ ਤਾਂ ਉਹ ਵਰਡ ਯੂਜ਼ ਕੀਤਾ ਜਾਂਦਾ, drought. When paddy didn't come up. paddy ਝੋਨੇ ਨੂੰ ਅਸੀਂ ਕਹਿੰਦੇ ਹਾਂ, ਚੌਲਾਂ ਦੀ ਫਸਲ ਨੂੰ। And the rice mills were silenced. When people looked hollow-eyed and half dead. ਅਜਿਹੇ ਵੀ ਸੋਕੇ ਦੇ ਦਿਨ ਆਏ ਜਦ ਚੌਲਾਂ ਦੀ ਫਸਲ ਨਹੀਂ ਹੋਈ ਅਤੇ ਚੌਲ ਮਿਲਣਾ ਖਾਮੋਸ਼ ਰਹੀਆਂ, ਅਤੇ ਜਦ ਲੋਕਾਂ ਦੀਆਂ ਅੱਖਾਂ ਖੋਖਲੀਆਂ ਦਿਸਦੀਆਂ ਸਨ ਤੇ ਉਹ ਅੱਧ ਮਰੇ ਦਿਸਦੇ ਸਨ। ਬਟ ਈਵਨ ਦੈਨ ਹੀ ਨੈਵਰ ਕਲੋਜ਼ਡ ਹਿਜ਼ ਸ਼ਾਪ। ਪਰ ਉਹਨਾਂ ਦਿਨਾਂ ਵਿੱਚ ਵੀ ਉਸਨੇ ਆਪਣੀ ਦੁਕਾਨ ਬੰਦ ਨਹੀਂ ਕੀਤੀ। ਇਫ ਹੀ ਡਿਡਨਟ ਫਾਈਂਡ ਸਟਫ ਫਾਰ 20 baskets, he scoured the countryside and filled at least 2 baskets and sold them. ਜੇਕਰ ਉਹਨੂੰ 20 ਟੋਕਰੀਆਂ ਜਿੰਨਾ ਮਾਲ ਨਾ ਮਿਲਦਾ ਤਾਂ ਉਹ ਆਸ-ਪਾਸ ਦਾ ਸਾਰਾ ਖੇਤਰ ਛਾਣ ਦਿੰਦਾ। ਸਕਾਊਟ ਵਰਡ ਛਾਣਨ ਵਾਸਤੇ ਕਿਹਾ ਆ। ਐਨ ਘੱਟੋ ਘੱਟ 2 ਟੋਕਰੇ ਭਰ ਲੈਂਦਾ ਤੇ ਉਹਨਾਂ ਨੂੰ ਵੇਚ ਦਿੰਦਾ। There were times when the harvest was so rich and he could hardly accept a quarter of grain that was offered, when it seemed a fool's business to be selling rice. ਅਜਿਹਾ ਸਮਾਂ ਵੀ ਆਇਆ ਜਦ ਫਸਲ ਇੰਨੀ ਭਰਪੂਰ ਹੋਈ ਕਿ ਉਹ ਉਸ ਅਨਾਜ ਦਾ 1/4 ਵੀ ਸਵੀਕਾਰ ਨਾ ਕਰ ਸਕਿਆ ਜੋ ਉਸ ਨੂੰ ਖਰੀਦਣ ਲਈ ਪੇਸ਼ ਕੀਤਾ ਜਾਂਦਾ, ਅਤੇ ਜਦ ਚੌਲ ਵੇਚਣਾ ਬੇਵਕੂਫੀ ਵਾਲਾ ਵਪਾਰ ਸਮਝਿਆ ਜਾਂਦਾ। If you sold rice all the day and night, you could not hope for a profit of even 50 rupees. ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਸੀਂ ਸਾਰਾ ਦਿਨ ਚੌਲ ਵੇਚਦੇ ਤਾਂ ਵੀ ਤੁਹਾਨੂੰ ਸ਼ਾਮ ਤੱਕ 50 ਰੁਪਏ ਵੀ ਮੁਨਾਫਾ ਨਹੀਂ ਹੁੰਦਾ ਸੀ। They called it depression in the trade. ਅਜਿਹੇ ਸਮੇਂ 'ਚ ਲੋਕ ਕਾਰੋਬਾਰ ਵਿੱਚ ਮੰਦੀ ਕਹਿੰਦੇ ਸਨ। ਬਟ ਸੁਬੀਆ ਸਰਵਾਈਵਡ ਆਲ ਅਪ ਐਂਡ ਡਾਊਨਸ। ਪਰ ਸੁਬੀਆ ਸਾਰੇ ਉਤਾਰਾਂ ਚੜਾਵਾਂ ਦੇ ਬਾਵਜੂਦ ਕਾਇਮ ਰਿਹਾ। ਰਾਈਸ ਵਾਜ਼ ਇਨ ਹਿਜ਼ ਬਲੱਡ। ਚੌਲ ਉਹਦੇ ਖੂਨ ਵਿੱਚ ਸੀ। ਹੀ ਹੈਡ ਸਰਵਡ ਐਜ਼ ਐਨ ਅਨਪੇਡ ਅਪ੍ਰੈਂਟਿਸ। ਅਪ੍ਰੈਂਟਿਸ ਸਿਖਾਂਦਰੂ, ਜਿਹੜਾ ਬੰਦਾ ਕੁਛ ਸਿੱਖਦਾ ਉਹਦੇ ਲਈ ਵਰਡ ਯੂਜ਼ ਕਰਦੇ ਹਾਂ। ਵੈਨ ਹਿਜ਼ ਫਾਦਰ ਰੂਲਡ। ਆਪਣੇ ਪਿਤਾ ਦੇ ਸ਼ਾਸਨ ਵਿੱਚ ਸੁਬੀਆ ਇੱਕ ਬਿਨਾਂ ਤਨਖਾਹ ਸਿਖਾਂਦਰੂ ਦੇ ਰੂਪ ਵਿੱਚ ਦੁਕਾਨ 'ਚ ਬੈਠਦਾ ਸੀ। ਦੋਜ਼ ਵਰ ਡੇਜ਼ ਵੈਨ ਸੁਬੀਆ ਲੋਥਡ ਦਾ ਰਾਈਸ ਬੈਗਸ। ਉਹ ਅਜਿਹੇ ਦਿਨ ਸਨ ਜਦ ਸੁਬੀਆ ਚੌਲਾਂ ਦੇ ਬੋਰਿਆਂ ਨੂੰ ਨਫ਼ਰਤ ਦੀ ਦ੍ਰਿਸ਼ਟੀ ਨਾਲ ਦੇਖਦਾ ਸੀ। He longed for the crowded streets, cinemas, football matches and wrestling tournaments which he saw through the crowded shop door. ਉਹ ਭੀੜ ਨਾਲ ਭਰੀਆਂ ਸੜਕਾਂ, ਸਿਨੇਮਾ ਘਰਾਂ, ਫੁੱਟਬਾਲ ਦੇ ਮੈਚਾਂ ਅਤੇ ਕੁਸ਼ਤੀਆਂ ਦੇ ਮੁਕਾਬਲੇ ਲਈ ਉਤਸੁਕ ਰਹਿੰਦਾ ਸੀ, ਜਿਸ ਨੂੰ ਉਹ ਭੀੜ ਭਰੀ ਦੁਕਾਨ ਦੇ ਦਰਵਾਜ਼ੇ ਵਿੱਚੋਂ ਦੇਖਿਆ ਕਰਦਾ ਸੀ। But his father more or less kept him chained to the shop and discouraged his outside interests.
ਪਰ ਉਸ ਦਾ ਪਿਤਾ ਮੰਨੋ ਉਹ ਉਸ ਨੂੰ ਦੁਕਾਨ ਦੇ ਨਾਲ ਜੰਜੀਰ ਨਾਲ ਬੰਨ੍ਹ ਕੇ ਰੱਖਦਾ ਅਤੇ ਉਸ ਦੀਆਂ ਬਾਹਰੀ ਰੁਚੀਆਂ ਨੂੰ ਨਿਰਉਤਸ਼ਾਹਿਤ ਕਰਦਾ ਸੀ। ਬॉय ਸ਼ੁੱਡ ਬੀ ਹਾਰਸ ਵਿਪਡ ਘੋੜੇ ਦਾ ਚਾਬੁਕ, ਇਫ ਦੇ ਆਰ ਨਾਟ ਟੂ ਬਿਕਮ ਬ੍ਰਿਗੈਂਡ ਕਹਿੰਦੇ ਬਦਮਾਸ਼ ਜਾਂ ਡਾਕੂ ਨੂੰ। ਉਹਦਾ ਵਿਚਾਰ ਸੀ ਉਹਦੇ ਪਿਤਾ ਦਾ ਵੀ ਲੜਕੇ ਨੂੰ ਘੋੜੇ ਦੀ ਤਰ੍ਹਾਂ ਚਾਬੁਕ ਨਾਲ ਮਾਰਨਾ ਚਾਹੀਦਾ ਜੇਕਰ ਤੁਸੀਂ ਇਹ ਨਹੀਂ ਚਾਹੁੰਦੇ ਵੀ ਉਹ ਚੋਰ ਡਾਕੂ ਜਾਂ ਬਦਮਾਸ਼ ਨਾ ਬਣ ਜਾਣ। He practiced this story of child training with such steadfastness that in due course the little man had no eyes or head for anything except rice and the market. ਉਹ ਬਾਲ ਸਿੱਖਿਆ ਦੇ ਇਸ ਸਿਧਾਂਤ 'ਤੇ ਇੰਨੀ ਦ੍ਰਿੜਤਾ ਨਾਲ ਪਾਲਣ ਕਰਦਾ ਸੀ ਕਿ ਸਮਾਂ ਬੀਤਣ 'ਤੇ ਉਸ ਛੋਟੇ ਜਿਹੇ ਵਿਅਕਤੀ ਚੌਲ ਜਾਂ ਬਾਜ਼ਾਰ ਦੇ ਸਿਵਾਏ ਉਸ ਨੂੰ ਕੁਝ ਵੀ ਹੋਰ ਦਿਖਾਈ ਨਹੀਂ ਦਿੰਦਾ ਸੀ। When his father died, he slid in so nicely that nobody noticed the difference. ਜਦੋਂ ਉਸਦੇ ਪਿਤਾ ਦੀ ਮੌਤ ਹੋਈ ਤਾਂ ਉਸਨੇ ਕੰਮ ਨੂੰ ਇੰਨੀ ਚੰਗੀ ਤਰ੍ਹਾਂ ਸੰਭਾਲ ਲਿਆ ਕਿ ਕਿਸੇ ਨੂੰ ਕੋਈ ਫਰਕ ਨਹੀਂ ਦਿਸਿਆ। Most people thought that the old man was still there counting cash. ਜ਼ਿਆਦਾਤਰ ਲੋਕਾਂ ਨੂੰ ਲੱਗਦਾ ਸੀ ਉਹ ਬੁੱਢਾ ਅਜੇ ਵੀ ਉੱਥੇ ਹੀ ਸੀ ਅਤੇ ਨਕਦੀ ਦੀ ਗਿਣਤੀ ਕਰ ਰਿਹਾ ਸੀ। ਬੁੱਢਾ ਕੌਣ? ਉਸ ਦਾ ਪਿਤਾ। ਬਿਜ਼ਨਸ ਪ੍ਰੋਸਪਰਸ, ਵਪਾਰ ਜਿਹੜਾ ਵੱਧਦਾ ਰਿਹਾ। Subia kept 5 prized cows and buffaloes, whose milk, curd, and butter he and his wife and 5 children had day and night, and then became rotund and balloon-like. ਸੁਬਿਆ ਦੇ ਕੋਲ 5 ਕੀਮਤੀ ਗਾਵਾਂ ਅਤੇ ਮੱਝਾਂ ਸਨ, ਜਿਸ ਦਾ ਦੁੱਧ, ਦਹੀਂ, ਮੱਖਣ ਉਹ ਅਤੇ ਉਸ ਦੀ ਪਤਨੀ ਉਸ ਦੇ 5 ਬੱਚੇ ਦਿਨ ਰਾਤ ਖਾਂਦੇ ਸਨ, ਜਿਸ ਦੇ ਕਾਰਨ ਉਹ ਸਭ ਗੋਲ ਮਟੋਲ ਗੁਬਾਰੇ ਦੀ ਤਰ੍ਹਾਂ ਹੋ ਗਏ। ਰੋਟੰਡ ਵਰਡ ਯੂਜ਼ ਹੋਇਆ ਗੋਲ ਮਟੋਲ ਲਈ। He owned 30 acres of land in nearby village and visited it once a month to survey his possessions and make sure they were intact. ਉਸ ਦੇ ਕੋਲ ਲਾਗੇ ਦੇ ਪਿੰਡ ਦੇ ਵਿੱਚ 30 ਏਕੜ ਜ਼ਮੀਨ ਵੀ ਸੀ ਅਤੇ ਉਹ ਕੁਛ ਚਿਰ ਬਾਅਦ ਉੱਥੇ ਗੇੜਾ ਮਾਰਦਾ ਸੀ ਤਾਂ ਕਿ ਉਹਨੂੰ ਪਤਾ ਲੱਗਦਾ ਰਹੇ ਵੀ ਉਹ ਜਿਹੜਾ ਉੱਥੇ ਸਾਰਾ ਕੁਛ ਠੀਕ ਠਾਕ ਹੈ। He lent money at exorbitant rate of interest and if people failed to pay he acquired their house. ਉਹ ਵਿਆਜ 'ਤੇ ਬਹੁਤ ਉੱਚੀ ਦਰ 'ਤੇ ਪੈਸੇ ਉਧਾਰ ਦਿੰਦਾ ਸੀ ਅਤੇ ਜੇਕਰ ਲੋਕ ਟਾਈਮ ਸਿਰ ਪੈਸੇ ਵਾਪਸ ਨਾ ਕਰਨ ਤਾਂ ਉਹ ਉਹਨਾਂ ਦੇ ਘਰਾਂ 'ਤੇ ਕਬਜ਼ਾ ਕਰ ਲੈਂਦਾ ਸੀ ਜੋ ਉਹਨੇ ਜ਼ਮਾਨਤ ਦੇ ਤੌਰ 'ਤੇ ਆਪਣੇ ਕੋਲ ਰੱਖੇ ਹੁੰਦੇ ਸੀ। He became swollen with money. ਉਹ ਬਹੁਤ ਅਮੀਰ ਹੋ ਗਿਆ। He sent his children to a school, bought him brocaded caps, velvet coat, and paid a home tutor to shout the lessons at the top of his voice every evening under a lamp in the hall. ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਦਾ ਸੀ, ਉਹਨਾਂ ਨੂੰ ਜਰੀ ਦੀਆਂ ਟੋਪੀਆਂ ਅਤੇ ਮਖਮਲ ਦੇ ਕੋਟ ਖਰੀਦ ਕੇ ਦਿੰਦਾ ਸੀ ਅਤੇ ਘਰ ਵਿੱਚ ਪੜ੍ਹਾਉਣ ਵਾਲੇ ਇੱਕ ਅਧਿਆਪਕ ਨੂੰ ਪੈਸੇ ਦਿੰਦਾ ਸੀ ਤਾਂ ਕਿ ਉਹ ਹਾਲ ਵਿੱਚ ਇੱਕ ਦੀਵੇ ਦੀ ਰੋਸ਼ਨੀ ਵਿੱਚ ਬੈਠ ਕੇ ਪਾਠਾਂ ਨੂੰ ਆਪਣੀ ਸਭ ਤੋਂ ਉੱਚੀ ਆਵਾਜ਼ ਵਿੱਚ ਚਿਲਾ ਕੇ ਬੋਲੇ। He loaded his wife with gold ornaments. Ornament ਹੁੰਦਾ ਬੱਚਿਓ ਗਹਿਣੇ। And draped her in a gaudy Benares silk. ਬਨਾਰਸ ਨੂੰ ਕਿਹਾ ਗਿਆ ਸਿਲਕ ਇੱਕ ਕੱਪੜੇ ਦੀ ਕਿਸਮ ਆ, ਯਾਨੀ ਬਨਾਰਸ ਦੀਆਂ ਸਾੜੀਆਂ ਬਹੁਤ ਮਸ਼ਹੂਰ ਹੁੰਦੀਆਂ ਸੀ। ਉਸਨੇ ਆਪਣੀ ਪਤਨੀ ਨੂੰ ਗਹਿਣਿਆਂ ਨਾਲ ਲੱਦ ਦਿੱਤਾ ਅਤੇ ਉਸ ਨੂੰ ਬਨਾਰਸੀ ਰੇਸ਼ਮ ਦੀਆਂ ਭੜਕੀਲੀਆਂ ਸਾੜੀਆਂ ਪਹਿਨਣ ਨੂੰ ਦਿੱਤੀਆਂ। He added on to his wife 2 more stories and several halls and painted all the wall with a thick blue paint and covered them with hundreds of pictures of gods in gilt frame. ਉਸਨੇ ਆਪਣੇ ਮਕਾਨ ਵਿੱਚ 2 ਹੋਰ ਮੰਜ਼ਲਾਂ ਅਤੇ ਕਈ ਹਾਲ ਬਣਵਾ ਦਿੱਤੇ ਅਤੇ ਸਾਰੀਆਂ ਦੀਵਾਰਾਂ ਨੂੰ ਗਹਿਰੇ ਨੀਲੇ ਰੰਗ ਨਾਲ ਪੇਂਟ ਕਰਵਾ ਦਿੱਤਾ ਅਤੇ ਉਸ ਨੂੰ ਸੁਨਹਿਰੀ ਫਰੇਮਾਂ ਵਿੱਚ ਦੇਵਤਿਆਂ ਦੇ ਸੈਂਕੜੇ ਚਿੱਤਰਾਂ ਨਾਲ ਢੱਕ ਦਿੱਤਾ। All day he sat by his orange safe and kept shoving money into it, watching closely at the same time his assistants measuring out rice into gunny sacks. He led a satisfying life. ਸਾਰਾ ਦਿਨ ਉਹ ਲੋਹੇ ਦੀ ਅਲਮਾਰੀ ਯਾਨੀ ਤਿਜੋਰੀ ਦੇ ਕੋਲ ਬੈਠਾ ਰਹਿੰਦਾ ਅਤੇ ਆਪਣੇ ਬੰਦਿਆਂ ਦਾ ਕੰਮ ਦੇਖਦਾ ਰਹਿੰਦਾ ਅਤੇ ਉਹ ਬਹੁਤ ਵਧੀਆ ਜੀਵਨ ਜਿਹੜਾ ਬਤੀਤ ਕਰ ਰਿਹਾ ਸੀ। There seemed no reason why it should not go on through eternity, the same set of activities and interests going on
and on or the other of his sons to acquire his shape and appearance and continue the family business। ਕੋਈ ਕਾਰਨ ਨਹੀਂ ਦਿਖਾਈ ਦਿੰਦਾ ਸੀ ਕਿ ਅਜਿਹਾ ਅਨੰਤ ਕਾਲ ਤੱਕ ਨਾ ਚੱਲਦਾ ਰਹੇ। ਉਹੀ ਗਤੀਵਿਧੀਆਂ ਅਤੇ ਕੰਮ ਧੰਦੇ ਚੱਲਦੇ ਰਹਿਣ। ਉਸ ਤੋਂ ਬਾਅਦ ਉਸ ਦਾ ਬੇਟਾ ਉਸ ਦੀ ਆਕ੍ਰਿਤੀ ਗ੍ਰਹਿਣ ਅਤੇ ਪਰਿਵਾਰ ਦੇ ਵਪਾਰ ਨੂੰ ਅੱਗੇ ਵਧਾਏ। ਇਟ ਮਾਈਟ ਹੈਵ ਕੰਟੀਨਿਊਡ ਦਸ ਬਟ ਫਾਰ ਦਾ ਵਾਰ। ਇਹ ਸ਼ਾਇਦ ਸਭ ਕੁਛ ਚੱਲਦਾ ਰਹਿੰਦਾ ਜੇਕਰ ਯੁੱਧ ਨਾ ਸ਼ੁਰੂ ਹੋ ਜਾਂਦਾ। It seemed at first to be the end of civilization, but after the first shock, it proved not so unwelcome after all। ਸ਼ੁਰੂ ਵਿੱਚ ਤਾਂ ਅਜਿਹਾ ਲੱਗਾ ਮੰਨੋ ਸਭਿਅਤਾ ਦਾ ਅੰਤ ਆ ਗਿਆ ਹੋਵੇ, ਪਰੰਤੂ ਪਹਿਲੇ ਸਦਮੇ ਤੋਂ ਬਾਅਦ ਕੁਝ ਵੀ ਹੋਵੇ ਉਹ ਇੰਨਾ ਬੁਰਾ ਨਹੀਂ ਸਿੱਧ ਹੋਇਆ। His profits piled up as never before। ਉਸ ਦੇ ਮੁਨਾਫੇ ਇਸ ਤਰ੍ਹਾਂ ਹੋਰ ਵੱਧਦੇ ਗਏ ਜਿਵੇਂ ਪਹਿਲਾਂ ਕਦੀ ਨਹੀਂ ਵਧੇ ਸਨ। ਸਾਈਗੋਨ ਐਂਡ ਬਰਮਾ ਇਹ ਦੋ ਦੇਸ਼ਾਂ ਦੇ ਨਾਂ ਆ। ਸੀਜ਼ ਟੂ ਸੈਂਡ ਰਾਈਸ ਐਂਡ ਦੈਟ ਮੀਨ ਦਾ ਸਟਾਕ ਹੀ ਹੈਲਡ ਵਾਜ਼ ਵਰਥ ਇਟਸ ਵੇਟ ਇਨ ਗੋਲਡ। ਸਾਈਗੋਨ ਅਤੇ ਬਰਮਾ ਤੋਂ ਅੱਗੇ ਚੌਲ ਆਉਂਦੇ ਸੀ, ਉੱਥੋਂ ਉਹਨਾਂ ਨੇ ਆਉਣੇ ਬੰਦ ਕਰ ਦਿੱਤੇ ਉਸ ਦੇਸ਼ਾਂ ਨੇ, ਅਤੇ ਜੋ ਉਹਦੇ ਕੋਲ ਸਟਾਕ ਸੀਗਾ, ਜੋ ਉਹਦੇ ਕੋਲ ਚੌਲ ਪਏ ਸੀਗੇ, ਉਹ ਸੋਨੇ ਦੇ ਭਾਅ ਦੇ ਹੋ ਗਏ। ਪੀਪਲ ਫਲੌਕ ਟੂ ਹਿਸ ਸ਼ਾਪ ਐਟ ਆਲ ਆਰਸ। ਲੋਕ ਹਰ ਸਮੇਂ ਉਹਦੇ ਦੁਕਾਨ ਦੇ ਅੱਗੇ ਖੜ੍ਹੇ ਰਹਿੰਦੇ। ਹੀ ਬੌਟ ਦਾ ਬਿਗ ਹਾਊਸ ਨੈਕਸਟ ਡੋਰ for a go down and then the next one and the next, then bought a dozen more villages। ਉਸਨੇ ਨਾਲ ਲੱਗਦੇ ਇੱਕ ਮਕਾਨ ਗੋਦਾਮ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਲਿਆ, ਫਿਰ ਇੱਕ ਹੋਰ ਲੈ ਲਿਆ, ਫਿਰ ਇੱਕ ਹੋਰ ਲੈ ਲਿਆ। ਇਸ ਕਰਕੇ ਉਹਨੇ ਦਰਜਨ ਹੀ ਹੋਰ ਕਈ ਪਿੰਡਾਂ ਦੇ ਵਿੱਚ ਜਿਹੜੇ ਮਕਾਨ ਖਰੀਦ ਲਏ। ਵਾਰ ਸੀਮਡ ਔਨ ਦਾ ਹੋਲ ਏ ਵੈਰੀ ਬੈਨੀਫਿਸ਼ੀਅਲ ਫੋਰਸ ਟਿਲ ਦਾ ਇੰਟਰੋਡਕਸ਼ਨ ਆਫ ਪ੍ਰਾਈਸ ਐਂਡ ਫੂਡ ਕੰਟਰੋਲ। ਕੁੱਲ ਮਿਲਾ ਕੇ ਲੜਾਈ ਜਿਹੜੀ ਉਹਦੇ ਲਈ ਬਹੁਤ ਲਾਭਕਾਰੀ ਸਿੱਧ ਹੋ ਰਹੀ, ਜਦ ਤੱਕ ਕਿ ਫੂਡ ਐਂਡ ਕੰਟਰੋਲ ਡਿਪਾਰਟਮੈਂਟ ਜਿਹੜਾ ਉਹਨੇ ਨਵਾਂ ਕਾਨੂੰਨ ਨਹੀਂ ਸ਼ੁਰੂ ਕਰ ਦਿੱਤਾ। ਫਾਰ ਦਾ ਫਸਟ ਟਾਈਮ ਇਨ ਹਿਸ ਲਾਈਫ ਹੀ ਵਾਜ਼ ਵਰੀਡ। ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਉਹ ਚਿੰਤਿਤ ਹੋਇਆ। ਹੀ ਕੁਡ ਨਾਟ ਸੀ ਹਾਊ ਐਨੀ ਵਨ ਹੈਡ ਦਾ ਰਾਈਟ ਟੂ ਸੇ ਵਟ ਹੀ ਸ਼ੁੱਡ ਸੈਲ ਐਂਡ ਐਟ ਵਟ ਰੇਟ। ਉਹ ਇਹ ਸਮਝ ਨਹੀਂ ਪਾ ਰਿਹਾ ਸੀ ਕਿ ਕਿਸੇ ਵੀ ਵਿਅਕਤੀ ਨੂੰ ਇਹ ਅਧਿਕਾਰ ਕਿਸ ਤਰ੍ਹਾਂ ਹੋ ਸਕਦਾ ਹੈ ਵੀ ਉਹ ਕੀ ਵੇਚੇ ਅਤੇ ਉਹ ਕਿਸ ਰੇਟ 'ਤੇ ਦੇਵੇ, ਇਹ ਉਹਨੂੰ ਉਹ ਦੱਸੇ। He felt happy when he heard someone says the food department is a hoax। hoax ਹੁੰਦਾ ਜਿਹੜਾ ਬੰਦਾ ਧੋਖਾ ਦਿੰਦਾ ਜਾਂ ਕਿਸੇ ਨੂੰ ਝਾਂਸੇ ਵਿੱਚ ਰੱਖਦਾ, ਉਹਦੇ ਲਈ hoax ਵਰਡ ਯੂਜ਼ ਹੁੰਦਾ। ਉਸ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਜਦ ਉਸਨੇ ਕਿਸੇ ਤੋਂ ਸੁਣਿਆ ਕਿ ਖਾਦ ਵਿਭਾਗ ਯਾਨੀ ਫੂਡ ਡਿਪਾਰਟਮੈਂਟ ਜਿਹੜਾ ਇੱਕ ਝਾਂਸਾ ਆ, ਇੱਕ ਫਰੇਬ ਆ, ਇੱਕ ਧੋਖੇ ਵਾਲੀ ਸੰਸਥਾ ਆ। The government is making a mess of things। ਸਰਕਾਰ ਸਾਰੀਆਂ ਚੀਜ਼ਾਂ ਵਿੱਚ ਬੇਤਰਤੀਬੀ ਪੈਦਾ ਕਰ ਰਹੀ ਹੈ। He soon found that he could still survive under a new garb। ਜਲਦੀ ਹੀ ਉਸਨੂੰ ਪਤਾ ਲੱਗ ਗਿਆ ਕਿ ਇੱਕ ਨਵੇਂ ਪਹਿਰਾਵੇ ਵਿੱਚ ਉਹ ਅਜੇ ਵੀ ਬਚਿਆ ਰਹਿ ਸਕਦਾ ਹੈ। By waiting before officials and seeing people and filing up forms, he was soon allowed to continue his business as a fair price grain depot। ਅਧਿਕਾਰੀਆਂ ਦੇ ਸਾਹਮਣੇ ਗਿੜਗੜਾ ਕੇ, ਲੋਕਾਂ ਨਾਲ ਮਿਲ ਕੇ, ਕਈ ਤਰ੍ਹਾਂ ਦੇ ਫਾਰਮ ਭਰ ਕੇ ਉਸਨੇ ਵਪਾਰ ਨੂੰ ਉਚਿਤ ਮੁੱਲ ਦੇ ਅਨਾਜ ਦੀ ਡਿਪੂ ਦਾ ਨਾਂ ਦੇ ਕੇ ਚਾਲੂ ਰੱਖਿਆ। He groaned unhappily when he learned that he had to surrender all the rice his peasant cultivated in his village field। ਉਹ ਪ੍ਰਸੰਨਤਾ ਨਾਲ ਕਰਾ ਉੱਠਿਆ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਨੂੰ ਉਹ ਸਾਰਾ ਚਾਵਲ ਜਿਹੜਾ ਉਸਦੇ ਮਜ਼ਦੂਰ ਕਿਸਾਨ ਉਸਦੇ ਪਿੰਡ ਦੇ ਖੇਤਾਂ ਵਿੱਚ ਉਗਾਉਂਦੇ ਹਨ ਤਿਆਗ ਦੇਣਾ ਪਊਗਾ। The whole thing seemed to be him atrocious। atrocious ਹੁੰਦਾ ਜ਼ੁਲਮ ਕਰਨਾ ਜਾਂ ਜ਼ਾਲਮਾਨਾ। ਉਹ ਸਾਰਾ ਮਾਮਲਾ ਉਸ ਨੂੰ ਬਹੁਤ ਜ਼ਾਲਮਾਨਾ ਲੱਗਾ। ਦੇ ਹੈਵ ਟੂ ਫਿਕਸ ਦਾ ਪ੍ਰਾਈਸ ਫਾਰ ਮਾਈ ਪ੍ਰੋਡਿਊਸ। ਉਹ ਮੇਰੀ ਫਸਲ ਲਈ ਕੀਮਤ ਤੈਅ ਕਰਨਗੇ। ਦੇ ਹੈਵ ਟੂ ਗਿਵ ਮੀ ਪਰਮਿਸ਼ਨ ਟੂ ਟੇਕ ਵਟ ਆਈ ਮਾਈ ਸੈਲਫ ਪ੍ਰੋਡਿਊਸ ਬਟ ਹੀ ਅਸੈਪਟਡ ਦਾ ਪੋਜੀਸ਼ਨ ਵਿਦਾਊਟ ਮਚ ਆਊਟਵਰਡ ਪ੍ਰੋਟੈਸਟ। ਉਹ ਮੈਨੂੰ ਉਸ ਚੀਜ਼ ਨੂੰ ਲੈਣ ਦੀ ਆਗਿਆ ਦੇਣਗੇ ਅਤੇ ਜਿਹੜੀ ਮੈਂ ਖੁਦ ਉਗਾਉਂਦਾ ਹਾਂ, ਪਰੰਤੂ ਉਸਨੇ ਉਸ ਸਥਿਤੀ ਨੂੰ ਬਿਨਾਂ ਕਿਸੇ ਬਹਾਦਰੀ ਦੇ ਵਿਰੋਧ ਦੇ ਸਵੀਕਾਰ ਕਰ ਲਿਆ। He slept little and lost the taste for food। ਉਹਨੂੰ ਨੀਂਦ ਬਹੁਤ ਘੱਟ ਆਉਂਦੀ ਸੀ, ਖਾਣਾ ਵੀ ਸਵਾਦ ਨਹੀਂ ਲੱਗਦਾ ਸੀ। All through the dark nights he thought about this problem। ਹਨੇਰੀਆਂ ਰਾਤਾਂ ਵਿੱਚ ਪੂਰਾ ਸਮਾਂ ਉਹ ਆਪਣੀ ਇਸ ਸਮੱਸਿਆ ਦੇ ਵਿਸ਼ੇ ਵਿੱਚ ਸੋਚਦਾ ਰਹਿੰਦਾ। Finally he had a solution। ਅੰਤ ਵਿੱਚ ਉਸ ਨੂੰ ਇੱਕ ਹੱਲ ਲੱਭ ਗਿਆ। He cried to himself, I still have my rice in the fields and I still have the bags in my godowns। ਉਹ ਉੱਚੀ ਆਵਾਜ਼ ਵਿੱਚ ਖੁਦ ਨੂੰ ਬੋਲਿਆ, ਅਜੇ ਵੀ ਖੇਤਾਂ ਵਿੱਚ ਮੇਰੇ ਕੋਲ ਚੌਲ ਹਨ ਅਤੇ ਅਜੇ ਵੀ ਮੇਰੇ ਗੋਦਾਮ ਵਿੱਚ ਬੋਰੇ ਹਨ। ਆਫਟਰ ਆਲ ਵਟ ਡਜ਼ ਦਾ ਗਵਰਨਮੈਂਟ ਵਾਂਟ ਟੂ ਹੈਵ ਥਿੰਗਸ ਇਨ ਨਾਈਸ ਸ਼ੇਪ ਔਨ ਪੇਪਰਸ।
that they shall have, ਆਖਿਰ ਸਰਕਾਰ ਕੀ ਚਾਹੁੰਦੀ ਹੈ, ਕਾਗਜ਼ਾਂ ਵਿੱਚ ਸਾਰਾ ਕੁਝ ਠੀਕ ਰਵੇ, ਉਹਨਾਂ ਨੂੰ ਇਹ ਜ਼ਰੂਰ ਮਿਲੇਗਾ। He kept all the rice he wanted for sale and personal use, but out of sight and out of paper. ਉਸਨੇ ਉਹ ਸਾਰੇ ਚਾਵਲ ਰੱਖ ਲਏ ਜੋ ਵੇਚਣਾ ਅਤੇ ਆਪਣੀ ਨਿੱਜੀ ਵਰਤੋਂ ਲਈ ਚਾਹੁੰਦਾ ਸੀ, ਪਰੰਤੂ ਛੁਪਾ ਕੇ ਅਤੇ ਬਿਨਾਂ ਕਾਗਜ਼ਾਂ ਵਿੱਚ ਦਿਖਾਏ। ਯਾਨੀ ਉਹਨੇ ਜਿਹੜੇ ਆ ਕਾਗਜ਼ਾਂ ਵਿੱਚ ਚੌਲ ਘੱਟ ਦਿਖਾਏ ਅਤੇ ਬਾਕੀ ਚੌਲ ਲੁਕਾ ਕੇ ਰੱਖ ਲਏ ਵੀ ਮੇਰੇ ਕੋਲ ਤਾਂ ਇੰਨੇ ਹੀ ਆ, ਬਾਕੀ ਜਿਹੜੇ ਉਹਨੇ ਲੁਕਾ ਕੇ ਰੱਖਦੇ ਵੇਚਣ ਦੇ ਲਈ। He had to give away a lot of money to people who came to examine his stock and accounts. ਉਸ ਨੂੰ ਉਹਨਾਂ ਲੋਕਾਂ ਨੂੰ ਬਹੁਤ ਸਾਰੇ ਪੈਸੇ ਦੇਣੇ ਪਏ ਜੋ ਉਸਦੇ ਖਾਤਿਆਂ ਅਤੇ ਸਟਾਕ ਦਾ ਨਿਰੀਖਣ ਕਰਨ ਲਈ ਆਉਂਦੇ ਸਨ। If he passed a 10 rupees currency note on such an occasion, it meant he had screened for prying eyes 1000 rupees worth of grain। ਜੇਕਰ ਉਹ ਕਿਸੇ ਨੂੰ 10 ਰੁਪਏ ਦਾ ਨੋਟ ਦਿੰਦਾ ਤਾਂ ਉਹ ਘੱਟੋ ਘੱਟ 1000 ਰੁਪਏ ਦੇ ਚਾਵਲ ਜਿਹੜਾ ਸਰਕਾਰੀ ਨਜ਼ਰ ਤੋਂ ਛੁਪਾ ਲੈਂਦਾ। When he thought it over, he realized that all controls were really a boon. Boon ਦਾ ਮਤਲਬ ਹੁੰਦਾ ਵਰਦਾਨ, ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇ। ਜਦ ਉਸਨੇ ਇਹ ਸਭ 'ਤੇ ਵਿਚਾਰ ਕੀਤਾ ਤਾਂ ਉਸਨੂੰ ਸਮਝ ਆ ਗਈ ਕਿ ਉਹ ਸਾਰੇ ਨਿਯੰਤਰਣ ਅਸਲ ਵਿੱਚ ਵਰਦਾਨ ਹਨ। He distributed a few annas for charity. Charity ਹੁੰਦਾ ਦਾਨ ਦਕਸ਼ਨਾ, twice a week, and broke a coconut at the temple on Friday in appreciation of God's interest in his affair. ਹਫ਼ਤੇ ਵਿੱਚ ਇੱਕ ਵਾਰ ਕੁਝ ਆਨੇ ਉਹ ਦਾਨ ਦੇਣ ਲੱਗਾ ਅਤੇ ਆਪਣੇ ਮਾਮਲਿਆਂ ਵਿੱਚ ਈਸ਼ਵਰ ਦੁਆਰਾ ਰੁਚੀ ਲੈਣ ਦੇ ਸਨਮਾਨ ਵਿੱਚ ਉਹ ਮੰਦਰ ਵਿੱਚ ਹਰ ਸ਼ੁੱਕਰਵਾਰ ਨੂੰ ਨਾਰੀਅਲ ਤੋੜਨ ਲੱਗਾ। ਗ੍ਰੈਜੂਅਲੀ ਵਿਦ ਐਕਸਪੀਰੀਅੰਸ ਹੀ ਬਿਕਮ ਏ ਮਾਸਟਰ ਆਫ ਹਿਸ ਸਿਚੁਏਸ਼ਨ। ਹੌਲੀ ਹੌਲੀ ਤਜਰਬਾ ਹੋਣ 'ਤੇ ਉਹ ਆਪਣੀ ਸਥਿਤੀ ਦਾ ਮਾਲਕ ਬਣ ਗਿਆ। At his depot he measured out rice with a deft hand so that at the end of a day a considerable quantity accumulated which was nobody's, and then he delayed and opened and closed and reopened his shop in such a manner as to make people come to him several times before they could get any rice out of him. When they had money he had no stock, or when he had rice they had no money. ਆਪਣੇ ਡਿਪੂ ਤੋਂ ਆਪਣੇ ਨਿਪੁੰਨ ਹੱਥਾਂ ਨਾਲ ਚੌਲ ਇਸ ਤਰ੍ਹਾਂ ਤੋਲਦਾ ਸੀ ਕਿ ਦਿਨ ਵਿੱਚ ਚੌਲਾਂ ਦੀ ਬਹੁਤ ਸਾਰੀ ਮਾਤਰਾ ਇਕੱਠੀ ਹੋ ਜਾਂਦੀ, ਜਾਣੀ ਉਹ ਚੌਲਾਂ ਵੇਚਣ 'ਚ ਹੇਰਾਫੇਰੀ ਕਰਦਾ ਸੀ, ਘੱਟ ਦਿਲ ਤੋਲਦਾ ਸੀ, ਜਿਹੜੀ ਕਿਸੇ ਦੀ ਵੀ ਨਹੀਂ ਹੁੰਦੀ ਸੀ। ਉਸ ਤੋਂ ਬਾਅਦ ਉਹ ਦੇਰ ਲਗਾਉਂਦਾ ਅਤੇ ਇਸ ਢੰਗ ਨਾਲ ਦੁਕਾਨ ਖੋਲ੍ਹਦਾ, ਬੰਦ ਕਰਦਾ, ਫਿਰ ਖੋਲ੍ਹਦਾ, ਤਾਂ ਕਿ ਲੋਕਾਂ ਨੂੰ ਬਹੁਤ ਸਾਰੇ ਚੱਕਰ ਮਾਰਨੇ ਪੈਣ ਅਤੇ ਲੋਕਾਂ ਨੂੰ ਉਸ ਨੂੰ ਚੌਲ ਨਾ ਦੇਣਾ ਪਵੇ। ਜਦੋਂ ਲੋਕਾਂ ਕੋਲ ਪੈਸੇ ਹੁੰਦੇ ਸੀ ਉਹਦੀ ਦੁਕਾਨ 'ਚ ਚੌਲ ਨਹੀਂ ਹੁੰਦੇ ਸੀ, ਜਦੋਂ ਉਹਦੇ ਕੋਲ ਚੌਲ ਹੁੰਦੇ ਸੀ ਲੋਕਾਂ ਕੋਲ ਪੈਸੇ ਨਹੀਂ ਹੁੰਦੇ ਸੀ। ਇਸ ਤਰ੍ਹਾਂ ਦਾ ਹਾਲਾਤ ਉਸਨੇ ਪੈਦਾ ਕਰ ਦਿੱਤੇ। By all this he accumulated a vast quantity of rice every week, and then out of his village harvest only a small proportion reached the food department. ਇਹ ਸਭ ਕਰਕੇ ਉਹ ਹਰ ਹਫ਼ਤੇ ਚੌਲਾਂ ਦੀ ਇੱਕ ਵੱਡੀ ਮਾਤਰਾ ਬਚਾ ਲੈਂਦਾ ਅਤੇ ਫਿਰ ਪਿੰਡ ਦੀ ਉਸਦੀ ਫਸਲ ਦਾ ਇੱਕ ਛੋਟਾ ਜਿਹਾ ਅੰਸ਼ ਹੀ ਅਨਾਜ ਵਿਭਾਗ ਵਿੱਚ ਪਹੁੰਚਦਾ, ਯਾਨੀ ਸਾਰਾ ਸਮਾਨ ਨਾ ਪਹੁੰਚਦਾ। ਵੈਰੀ ਸੂਨ ਹੀ ਕਨਵਰਟਿਡ one of his house in a back street into a godown, and there piled up rice bags from floor to ceiling. ਘੱਟ ਸਮੇਂ ਵਿੱਚ ਹੀ ਉਸਨੇ ਪਿਛਲੀ ਗਲੀ ਵਿੱਚ ਸਥਿਤ ਆਪਣੇ ਇੱਕ ਮਕਾਨ ਨੂੰ ਗੋਦਾਮ ਵਿੱਚ ਬਦਲ ਲਿਆ ਅਤੇ ਉੱਥੇ ਫਰਸ਼ ਤੋਂ ਲੈ ਕੇ ਛੱਤ ਤੱਕ ਚੌਲਾਂ ਦੇ ਬੋਰੇ ਇੱਕ ਉੱਪਰ ਇੱਕ ਰੱਖ ਦਿੱਤੇ। It was supposed to be a store of waste paper and rags which he collected for the paper mills. ਬਹੁਤ ਸਾਰੇ ਲੋਕਾਂ ਦੀ ਨਜ਼ਰ ਵਿੱਚ ਜਿਹੜੇ ਉਹਨੇ ਗੋਦਾਮ ਲਏ ਸੀ, ਉਹ ਰੱਦੀ ਕਾਗਜ਼ਾਂ ਅਤੇ ਚਿੱਥੜਿਆਂ ਦਾ ਇੱਕ ਸਟੋਰ ਸੀ ਜਿਸ ਨੂੰ ਉਹ ਕਾਗਜ਼ ਦੇ ਕਾਰਖਾਨੇ ਲਈ ਜਮ੍ਹਾਂ ਕਰਦਾ ਸੀ। He never sold his rice except in a small quantity and to be a known customer. ਹਮੇਸ਼ਾ ਆਪਣੇ ਚੌਲਾਂ ਨੂੰ ਘੱਟ ਮਾਤਰਾ ਵਿੱਚ ਅਤੇ ਆਪਣੇ ਜਾਣੂ ਗਾਹਕ ਨੂੰ ਹੀ ਵੇਚਦਾ ਸੀ। He took their cash in advance and told them to call later. ਉਹ ਉਹਨਾਂ ਤੋਂ ਪੈਸੇ ਪੇਸ਼ਗੀ ਹੀ ਲੈ ਲੈਂਦਾ ਅਤੇ ਉਹਨਾਂ ਨੂੰ ਬਾਅਦ ਵਿੱਚ ਆਉਣ ਲਈ ਕਹਿੰਦਾ ਸੀ। He always threw in a doubt there was a person who had a little rice. ਉਹ ਹਮੇਸ਼ਾ ਉਹਨਾਂ ਨੂੰ ਕਹਿੰਦਾ ਸੀ, ਮਤਲਬ ਕਿ ਉਹਨਾਂ ਨੂੰ ਡਾਊਟ 'ਚ ਰੱਖਦਾ ਸੀ ਵੀ ਜੋ ਕੋਈ ਬੰਦਾ ਹੈਗਾ ਉਹਦੇ ਕੋਲ ਚੌਲ ਹੈਗੇ ਹੈ ਅਤੇ ਉਹ ਪਤਾ ਨਹੀਂ ਤੁਹਾਨੂੰ ਦਊਗਾ ਕਿ ਨਹੀਂ ਦਊਗਾ। I don't know if he still has it, anyway leave the cash with me. ਮੈਨੂੰ ਨਹੀਂ ਪਤਾ ਵੀ ਉਸ ਕੋਲ ਹੁਣ ਵੀ ਹੈਗੇ ਕਿ ਨਹੀਂ ਹੈਗੇ, ਚਲੋ ਕੋਈ ਗੱਲ ਨਹੀਂ, ਪੈਸੇ ਮੇਰੇ ਕੋਲ ਛੱਡ ਜਾਓ। Sometimes he returned the money with sorry not available. The man said he had it, but you know we can never count on these things nowadays.
ਕਦੇ ਕਦੀ ਉਹ ਪੈਸੇ ਇਹ ਕਹਿ ਕੇ ਵਾਪਸ ਕਰ ਦਿੰਦਾ ਕਿ ਮੈਨੂੰ ਅਫਸੋਸ ਹੈ ਕਿ ਚੌਲ ਮਿਲ ਨਹੀਂ ਸਕੇ। ਉਸ ਆਦਮੀ ਨੇ ਕਿਹਾ ਤਾਂ ਸੀ ਕਿ ਉਸਦੇ ਕੋਲ ਸਨ, ਪਰ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਅਸੀਂ ਇਹਨਾਂ ਚੀਜ਼ਾਂ 'ਤੇ ਕਦੇ ਵੀ ਭਰੋਸਾ ਨਹੀਂ ਕਰ ਸਕਦੇ। One evening, as he had just closed his shop and started out with the key in his pocket, a person halted before him and said, "Oh, you have closed just my luck." ਇੱਕ ਦਿਨ ਇੱਕ ਸ਼ਾਮ ਨੂੰ ਉਹ ਜਿਹੜੀ ਦੁਕਾਨ ਬੰਦ ਹੀ ਕੀਤੀ ਸੀ, ਚਾਬੀਆਂ ਜੇਬ ਵਿੱਚ ਪਾਉਣ ਲੱਗਾ ਸੀ, ਅਤੇ ਇੱਕ ਆਦਮੀ ਉਸ ਕੋਲ ਆ ਕੇ ਰੁਕਿਆ। ਆਹ ਦੁਕਾਨ ਬੰਦ ਹੋ ਚੁੱਕੀ ਹੈ, ਚਲੋ ਮੇਰੀ ਕਿਸਮਤ ਹੀ ਅਜਿਹੀ ਸੀ। I have other business now, no time to stop and talk, said ਸੁਬਿਆ। ਸੁਬਿਆ ਨੇ ਕਿਹਾ ਵੀ ਮੈਨੂੰ ਹੋਰ ਵੀ ਕੰਮ ਹੈ, ਮੈਂ ਰੁਕ ਨਹੀਂ ਸਕਦਾ। He went past him, ਉਸ ਦੇ ਕੋਲੋਂ ਚੱਲ ਪਿਆ। The other man followed him, ਉਹ ਬੰਦਾ ਉਹਦੇ ਮਗਰ ਚੱਲ ਪਿਆ। He held him by his hand and cried, "You must open your shop and give me rice." ਉਸਨੇ ਸੁਬਿਆ ਨੂੰ ਬਾਂਹ ਤੋਂ ਫੜਿਆ ਅਤੇ ਕਿਹਾ, ਤੈਨੂੰ ਦੁਕਾਨ ਖੋਲ੍ਹਣੀ ਪਊਗੀ, ਮੈਨੂੰ ਚੌਲ ਦੇਣੇ ਪੈਣਗੇ। I can't let you go, ਮੈਂ ਤੈਨੂੰ ਜਾਣ ਨਹੀਂ ਦੇ ਸਕਦਾ। My 2 children are crying for food, ਮੇਰੇ 2 ਬੱਚੇ ਭੋਜਨ ਲਈ ਰੋ ਰਹੇ ਹਨ। They and my old mother have been starving, ਉਹ ਅਤੇ ਮੇਰੀ ਬੁੱਢੀ ਮਾਂ ਭੁੱਖ ਨਾਲ ਮਰ ਰਹੇ ਹਨ। My ration card was exhausted 3 days ago, ਮੇਰਾ ਰਾਸ਼ਨ ਕਾਰਡ ਕੋਈ 3 ਦਿਨ ਪਹਿਲਾਂ ਖਤਮ ਹੋ ਗਿਆ ਸੀ। I can't see him in that condition anymore, ਮੈਂ ਉਸ ਨੂੰ ਉਸ ਹਾਲਤ ਵਿੱਚ ਹੋਰ ਨਹੀਂ ਦੇਖ ਸਕਦਾ। Please somehow give me some rice, ਕਿਰਪਾ ਕਰਕੇ ਮੈਨੂੰ ਥੋੜ੍ਹੇ ਚੌਲ ਦੇ ਦਿਓ। I have gone around and round the whole town today, but I couldn't get a grain anywhere, ਮੈਂ ਪੂਰੇ ਸ਼ਹਿਰ ਵਿੱਚ ਘੁੰਮਿਆ ਪਰ ਮੈਨੂੰ ਇੱਕ ਵੀ ਦਾਣਾ ਚੌਲ ਦਾ ਨਹੀਂ ਮਿਲ ਸਕਿਆ। At home they will be thinking I am returning with something, ਘਰ ਵਿੱਚ ਸਾਰੇ ਸੋਚ ਰਹੇ ਹੋਣਗੇ ਕਿ ਮੈਂ ਕੁਛ ਲੈ ਕੇ ਆਵਾਂਗਾ ਉਹਨਾਂ ਲਈ। They will, God knows what they will do when they see me go back empty handed, ਉਹ ਤਾਂ ਈਸ਼ਵਰ ਹੀ ਜਾਣਦਾ ਹੈ ਕਿ ਜੇਕਰ ਮੈਂ ਖਾਲੀ ਹੱਥ ਗਿਆ ਤਾਂ ਪਤਾ ਨਹੀਂ ਉਹ ਕੀ ਕਰਨਗੇ। How much do you want, ਤੈਨੂੰ ਕਿੰਨੇ ਚੌਲ ਚਾਹੀਦੇ ਹਨ। Give me a share, ਸ਼ੇਰ ਜਿਵੇਂ ਆਪਾਂ ਕਿਲੋ ਕਹਿੰਦੇ ਹਾਂ, ਪਹਿਲਾਂ ਸ਼ੇਰ ਕਿਹਾ ਜਾਂਦਾ ਸੀ ਪੁਰਾਣੇ ਸਮੇਂ 'ਚ, ਮੈਨੂੰ ਇੱਕ ਸ਼ੇਰ ਦੇ ਦਿਓ। There are 6 mouths to feed at home, 6 ਮੂੰਹ ਯਾਨੀ 6 ਵਿਅਕਤੀਆਂ ਨੂੰ ਖਵਾਉਣਾ ਆ। How much have you? The man held up a half rupee coin, ਤੇਰੇ ਕੋਲ ਕਿੰਨੇ ਪੈਸੇ ਹਨ। ਦੂਸਰੇ ਵਿਅਕਤੀ ਨੇ 98 ਅੱਧੇ ਰੁਪਈਏ ਦਾ ਸਿੱਕਾ ਸਾਹਮਣੇ ਦਿਖਾਇਆ। ਸੁਬਿਆ looked at the coin with contempt, ਸੁਬਿਆ ਨੇ ਸਿੱਕੇ ਨੂੰ ਨਫ਼ਰਤ ਨਾਲ ਦੇਖਿਆ। You expect to get 1 share rice for this, ਤੈਨੂੰ 98 ਦੇ ਨਾਲ 1 ਸ਼ੇਰ ਚੌਲ ਚਾਹੀਦੇ ਆ। But it's 3 share for a rupee, isn't it? ਪਰ ਚੌਲ ਤਾਂ 1 ਰੁਪਏ ਦੇ 3 ਸ਼ੇਰ ਮਿਲਦੇ ਹਨ, ਹੈ ਕਿ ਨਹੀਂ, ਉਸ ਆਦਮੀ ਨੇ ਕਿਹਾ। Don't talk of all that now, you will starve if you talk of controlled prices and such nonsense. He felt enraged, enraged ਮਤਲਬ ਗੁੱਸਾ ਆ ਗਿਆ। ਉਹ ਕਹਿੰਦਾ ਇਸ ਤਰ੍ਹਾਂ ਦੀ ਗੱਲ ਨਾ ਕਰ, ਜੇਕਰ ਤੂੰ ਇੱਦਾਂ ਗੱਲਾਂ ਕਰੇਂਗਾ, ਰੇਟ ਦੀ ਗੱਲ ਕਰੇਂਗਾ ਤਾਂ ਜਿਹੜਾ ਤੈਨੂੰ ਭੁੱਖੇ ਹੀ ਮਰਨਾ ਪਊਗਾ। If you have another 8 annas, perhaps you may get a share, said ਸੁਬਿਆ, ਜੇਕਰ ਤੇਰੇ ਕੋਲ ਹੋਰ 8 ਆਨੇ ਹਨ ਤਾਂ ਸ਼ਾਇਦ ਤੈਨੂੰ 1 ਸ਼ੇਰ ਚੌਲ ਮਿਲ ਜਾਣ, ਸੁਬਿਆ ਨੇ ਕਿਹਾ। The other shook his head. This is the end of the month, you see, this is all I have. ਦੂਜੇ ਵਿਅਕਤੀ ਨੇ ਨਾਂਹ ਵਿੱਚ ਸਿਰ ਹਿਲਾਇਆ ਅਤੇ ਕਿਹਾ, ਇਸ ਸਮੇਂ ਮਹੀਨੇ ਦੇ ਅਖੀਰੀ ਦਿਨ ਚੱਲ ਰਹੇ ਹਨ, ਮੇਰੇ ਕੋਲ ਇੰਨੇ ਪੈਸੇ ਹੀ ਹਨ। You will get only half a share, that's the price a man I know will demand, ਤੈਨੂੰ ਸਿਰਫ ਅੱਧਾ ਸ਼ੇਰ ਚੌਲ ਹੀ ਮਿਲਣਗੇ, ਇਹ ਉਹ ਮੁੱਲ ਹੈ ਜਿਹੜਾ ਉਸ ਆਦਮੀ ਜਿਸ ਨੂੰ ਮੈਂ ਜਾਣਦਾ ਹਾਂ ਮੰਗੇਗਾ। All right, the other said, better than nothing, ਚਲੋ ਠੀਕ ਹੈ, ਦੂਜੇ ਆਦਮੀ ਨੇ ਕਿਹਾ, ਕੁਛ ਤਾਂ ਮਿਲੂਗਾ। Give the coin here, said ਸੁਬਿਆ, ਮੈਨੂੰ ਸਿੱਕਾ ਦਿਓ, ਸੁਬਿਆ ਨੇ ਕਿਹਾ। He took the coin, ਉਸਨੇ ਸਿੱਕਾ ਲੈ ਲਿਆ। Don't follow me, the fellow is suspicious, suspicious ਹੁੰਦਾ ਸ਼ੱਕੀ, ਕਹਿੰਦਾ ਮੇਰੇ ਪਿੱਛੇ ਨਾ ਆਇਓ, ਉਹ ਆਦਮੀ ਬਹੁਤ ਸ਼ੱਕੀ। ਉਹਨੇ ਇਹ ਸ਼ੋਅ ਕੀਤਾ ਵੀ ਮੈਂ ਕਿਸੇ ਹੋਰ ਨੂੰ ਪੈਸੇ ਦੇ ਕੇ ਤੇਰੇ ਲਈ ਚੌਲ ਲੈ ਕੇ ਆਉਣੇ ਆ, ਉਹ ਕਹਿੰਦਾ ਵੀ ਉਹ ਆਦਮੀ ਬਹੁਤ ਸ਼ੱਕੀ ਹੈ, ਤੂੰ ਮੇਰੇ ਮਗਰ ਨਾ ਆਈ। He will say no the moment he sees anyone with me, ਉਹ ਉਸੇ ਪਲ ਨਾ ਕਰ ਦੇਵੇਗਾ ਜੇਕਰ ਉਸਨੇ ਮੇਰੇ ਨਾਲ ਕਿਸੇ ਨੂੰ ਦੇਖਿਆ। You wait here, I will be back, but I can't promise, ਤੂੰ ਇੱਥੇ ਉਡੀਕ ਕਰ, ਮੈਂ ਵਾਪਸ ਆਵਾਂਗਾ ਪਰ ਮੈਂ ਤੇਰੇ ਨਾਲ ਵਾਅਦਾ ਨਹੀਂ ਕਰ ਸਕਦਾ। If he says no, it will be just your luck, that's all, give me the coin, ਜੇਕਰ ਉਸਨੇ ਨਾ ਕਹਿਤੀ ਤਾਂ ਤੇਰੀ ਬਦਕਿਸਮਤੀ ਹੋਊਗੀ। He was gone with 8 annas and the man stood on the street corner, ਉਹ 8 ਆਨੇ ਲੈ ਕੇ ਚਲੇ ਗਿਆ ਤੇ ਆਦਮੀ ਉੱਥੇ ਹੀ ਗਲੀ ਦੇ ਕਾਰਨਰ ਵਿੱਚ ਖੜਾ ਹੋ ਗਿਆ। 3 hours
had gone by and yet there was no sign of Subia. 3 ਘੰਟੇ ਬੀਤ ਚੁੱਕੇ ਸੀ ਪਰ ਸੁਬਿਆ ਵਾਪਸ ਨਹੀਂ ਹਲੇ ਆਇਆ। The night had deepened, ਰਾਤ ਡੂੰਘੀ ਹੋ ਚੁੱਕੀ ਸੀ। The man began to mutter several times to himself. mutter ਦਾ ਮਤਲਬ ਹੁੰਦਾ ਆਪਣੇ ਆਪ ਨਾਲ ਗੱਲ ਕਰਨਾ, ਹੌਲੀ ਹੌਲੀ ਬੁੱਲਾਂ ਨੂੰ ਹਿਲਾਉਣਾ, ਆਪਣੇ ਆਪ ਨਾਲ ਉਹਨੇ ਗੱਲਾਂ ਕੀਤੀਆਂ, ਬੁੜਬੁੜਾਉਣ ਲੱਗ ਪਿਆ। Well, what has happened? Where is he? Where has he gone? ਕੀ ਹੋਇਆ ਹੋਏਗਾ? ਉਹ ਕਿੱਥੇ ਹੈ? ਉਹ ਕਿੱਥੇ ਗਿਆ ਹੈ? When am I to go home and cook the rice? The children are the children. ਹੁਣ ਮੈਂ ਕਦੋਂ ਘਰ ਜਾਵਾਂਗਾ, ਚੌਲ ਬਣਾਵਾਂਗਾ, ਮੇਰੇ ਬੱਚੇ। He turned and walked in the direction the other had gone, but that took him nowhere because the other had pretended to go that way in order not to show where his secret godown was, but actually he turned and gone off in another direction. ਉਹ ਘੁੰਮਿਆ ਉਸ ਦਿਸ਼ਾ ਵੱਲ ਚੱਲਣ ਲੱਗਾ ਜਿੱਥੇ ਉਹਨੂੰ ਸੁਬਿਆ ਗਿਆ ਸੀ, ਪਰ ਉਹ ਕਿਤੇ ਵੀ ਨਹੀਂ ਪਹੁੰਚ ਸਕਿਆ ਕਿਉਂਕਿ ਸੁਬਿਆ ਨੇ ਸਿਰਫ ਦਿਖਾਇਆ ਸੀਗਾ ਉੱਧਰ ਜਾਣ ਵਾਸਤੇ, ਪਰ ਉਹ ਗਿਆ ਕਿਸੇ ਹੋਰ ਪਾਸੇ ਸੀ ਕਿਉਂਕਿ ਉਹ ਆਪਣੇ ਗੋਦਾਮ ਨੂੰ ਕਿਸੇ ਨੂੰ ਦਿਖਾਉਣਾ ਨਹੀਂ ਚਾਹੁੰਦਾ ਸੀ। The man wandered up and down through the silent streets and went back to the main shop hoping he might be there. ਉਹ ਆਦਮੀ ਘੁੰਮ ਫਿਰ ਕੇ ਫਿਰ ਵਾਪਸ ਉੱਥੇ ਆ ਗਿਆ ਵੀ ਸ਼ਾਇਦ ਹੁਣ ਸੁਬਿਆ ਵਾਪਸ ਆ ਗਿਆ ਹੋਵੇਗਾ। He wasn't there either. The lock was still on the door just as he seen it before. ਉਹ ਉੱਥੇ ਨਹੀਂ ਸੀ, ਦਰਵਾਜ਼ੇ 'ਤੇ ਹੁਣ ਵੀ ਤਾਲਾ ਲਟਕ ਰਿਹਾ ਸੀ ਜਿਵੇਂ ਕਿ ਉਹਨੇ ਪਹਿਲਾਂ ਦੇਖਿਆ ਸੀ। Then he called at Subia's house. ਫਿਰ ਉਹ ਸੁਬਿਆ ਦੇ ਘਰ ਗਿਆ। He knocked at the door. Subia's wife opened it. He asked, is Subia at home? ਫਿਰ ਉਹਦੇ ਘਰ ਗਿਆ ਸੁਬਿਆ ਦੇ, ਉਹਨੇ ਦਰਵਾਜ਼ਾ ਖੜਕਾਇਆ। ਸੁਬਿਆ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ। ਉਸਨੇ ਆਦਮੀ ਨੇ ਉਹਨੂੰ ਪੁੱਛਿਆ ਵੀ ਕੀ ਸੁਬਿਆ ਘਰ ਹੈ? No, he hasn't come home at all. She looked very anxious. ਨਹੀਂ, ਉਹ ਹਾਲੇ ਘਰ ਨਹੀਂ ਆਇਆ। ਉਹ ਬਹੁਤ ਚਿੰਤਤ ਲੱਗ ਰਹੀ ਸੀ। By 6 next morning they become nervous and in that condition she could not help saying, have you looked for him at other godown? ਅਗਲੀ ਸਵੇਰ ਦੀ ਯਾਨੀ 6 ਵੱਜ ਚੁੱਕੇ ਸੀ ਅਤੇ ਉਹ ਬੇਚੈਨ ਹੋ ਗਈ। ਹੁਣ ਉਹਨੂੰ ਦੱਸਣਾ ਹੀ ਪੈਣਾ ਸੀਗਾ ਵੀ ਉਹਨਾਂ ਦਾ ਸੀਕਰਟ ਗੋਡਾਊਨ ਕਿੱਥੇ ਹੈ। ਉਹਨੇ ਉਹਨੂੰ ਪੁੱਛਿਆ ਵੀ ਕੀ ਤੂੰ ਉੱਥੇ ਦੇਖਿਆ ਹੈ? ਵੇਅਰ ਇਜ਼ ਇਟ? ਉਹ ਗੋਦਾਮ ਕਿੱਥੇ ਹੈ? ਸ਼ੀ ਹੈਡ ਟੂ ਟੈਲ ਬੀਇੰਗ the only person who knew it whereabouts. whereabouts ਹੁੰਦਾ ਜਿਹੜੇ ਤੁਹਾਡੀਆਂ ਥਾਵਾਂ ਜਿਹੜੀਆਂ ਅਲੱਗ ਜਿੱਥੇ ਤੁਹਾਡੀ ਪ੍ਰੋਪਰਟੀ ਆ ਉਹਨੂੰ ਯੂਜ਼ ਕਰਦੇ ਆ। ਉਸ ਨੂੰ ਇਹ ਦੱਸਣਾ ਪਿਆ ਕਿਉਂਕਿ ਉਹ ਇਕੱਲੀ ਸੀ ਜਿਹੜੀ ਗੋਦਾਮ ਦਾ ਪਤਾ ਟਿਕਾਣਾ ਜਾਣਦੀ ਸੀ। ਦੇ ਸਟਾਰਟਡ ਆਊਟ ਆਫਟਰ ਪਾਸਿੰਗ ਥਰੂ ਸਮ ਬਾਈ ਲੇਨਸ ਦੇ ਕੇਮ ਅਪ ਔਨ ਦਾ ਬਿਲਡਿੰਗ। ਉਹ ਚੱਲ ਪਏ ਛੋਟੀਆਂ ਛੋਟੀਆਂ ਗਲੀਆਂ ਵਿੱਚੋਂ ਲੰਘਦੇ ਹੋਏ ਉਸ ਮਕਾਨ ਤੱਕ ਆ ਪਹੁੰਚੇ। The door was bolted from inside. ਦਰਵਾਜ਼ਾ ਦੇ ਅੰਦਰੋਂ ਕੁੰਡੀ ਲੱਗੀ ਹੋਈ। They knocked on it. ਉਹਨਾਂ ਨੇ ਦਰਵਾਜ਼ਾ ਖੜਕਾਇਆ। Finally they had to break open the front ventilator. ventilator ਹੁੰਦਾ ਉੱਪਰ ਜਿਹੜਾ ਆਪਾਂ ਰੋਸ਼ਨਦਾਨ ਘਰ 'ਚ ਰੱਖਿਆ ਹੁੰਦਾ। Slip a boy through it and then have the main door open. ਉਹਨਾਂ ਨੇ ਸਾਹਮਣੇ ਵਾਲਾ ਰੋਸ਼ਨਦਾਨ ਉਹਨਾਂ ਨੂੰ ਤੋੜਨਾ ਪਿਆ। ਇੱਕ ਲੜਕੇ ਨੂੰ ਉਸ ਨੂੰ ਅੰਦਰ ਭੇਜਿਆ ਅਤੇ ਫਿਰ ਦਰਵਾਜ਼ਾ ਖੁਲਵਾਇਆ। A faint morning light came in through the broken ventilator. ਸਵੇਰ ਦੀ ਰੋਸ਼ਨੀ ਵੀ ਜਿਹੜੀ ਉਸ ਰੋਸ਼ਨਦਾਨ 'ਚੋਂ ਅੰਦਰ ਜਾ ਰਹੀ ਸੀ। In a corner they saw an electric torch lying on the floor and then half-rupee coin and a little of hand stuck out of a pile of fallen bags. ਇੱਕ ਨੁੱਕਰ ਵਿੱਚ ਉਹਨਾਂ ਨੇ ਫਰਸ਼ 'ਤੇ ਪਈ ਹੋਈ ਟਾਰਚ ਦੇਖੀ। ਫਿਰ ਉਹਨਾਂ ਨੇ 8 ਆਨੇ ਦਾ ਸਿੱਕਾ ਦੇਖਿਆ। ਥੋੜ੍ਹੀ ਦੂਰ ਡਿੱਗੀਆਂ ਹੋਈਆਂ ਬੋਰੀਆਂ ਦੇ ਵਿਚਾਲੋਂ ਇੱਕ ਨਿਕਲਿਆ ਹੋਇਆ ਹੱਥ ਦੇਖਿਆ। ਠੀਕ ਹੈ, ਤਾਂ ਬੱਚਿਓ ਇਹ ਲੈਸਨ ਇੱਥੇ ਖਤਮ ਹੋ ਜਾਂਦਾ। ਕਹਿਣ ਦਾ ਮਤਲਬ ਸੀਗਾ ਵੀ ਉਹ ਇੰਨਾ ਲਾਲਚੀ ਸੀਗਾ ਕਿ ਉਹ ਬੋਰੀਆਂ ਦੇ ਹੇਠਾਂ ਆ ਕੇ ਮਰ ਜਾਂਦਾ ਆ। ਉਹਨੂੰ ਕੋਈ ਬਚਾਉਣ ਵਾਲਾ ਨਹੀਂ ਹੁੰਦਾ ਕਿਉਂਕਿ ਉਹਦੇ ਨਾਲ ਕੋਈ ਨਹੀਂ ਸੀਗਾ, ਇਕੱਲਾ ਸੀਗਾ। ਉਹਨੇ ਸਾਰਾ ਕੁਛ ਲੁਕਾ ਕੇ ਰੱਖਿਆ ਸੀ। ਸੋ ਇਹ ਲੈਸਨ ਸੀਗਾ ਸੁਬੀਆ ਦੇ ਬਾਰੇ ਵਿੱਚ। ਹਾਫ ਏ ਰੁਪੀ ਵਰਥ ਯਾਨੀ 50 ਪੈਸੇ ਕਮਾਉਣ ਦੇ ਲਈ ਉਹਨੇ ਆਪਣੀ ਜ਼ਿੰਦਗੀ ਜਿਹੜੀ ਆ ਦਾਅਵ 'ਤੇ ਲਾ ਦਿੱਤੀ। ਤਾਂ ਇਸ ਤਰ੍ਹਾਂ ਬੱਚਿਓ ਇਹ ਲੈਸਨ ਸੀਗਾ। ਥੋੜ੍ਹਾ ਵੀਡੀਓ ਲੰਬੀ ਬਣ ਗਈ ਕਿਉਂਕਿ ਲੈਸਨ ਪੂਰਾ ਇੱਕੋ ਵਾਰ 'ਚ ਕੰਪਲੀਟ ਕਰਨਾ ਸੀਗਾ। ਨੈਕਸਟ ਟਾਈਮ ਆਪਾਂ ਇਹਦੇ ਜਿਹੜੇ ਹੈਗੇ ਕੁਐਸਚਨ ਆਨਸਰ ਵੀ ਕਰਾਂਗੇ। ਥੈਂਕਸ।